ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਜੋ ਵਿਚਾਰ ਅਧੀਨ ਪੌੜੀ ਹੈ, ਤੀਸਰੀ ਪੌੜੀ ਹੈ ਜੀ। ਇਹਦੇ ਸ਼ਲੋਕਾਂ ਦੀ ਵਿਆਖਿਆ ਆਪਾਂ ਕਰ ਚੁੱਕੇ ਹਾਂ। ਪੌੜੀ ਦਾ ਪਾਠ ਹੈ। ਪੌੜੀ ਆਪਿਨੈ ਭੋਗ ਭੋਗ ਕੈ ਹੋਏ ਭਸਮੜ ਪਹੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਤਤ ਚਲਾਇਆ। ਆਪਿਨੈ ਭੋਗ ਭੋਗ ਕੈ, ਪਹਿਲਾ ਭੋਗ ਮਾਤਰਾ ਤੋਂ ਮੁਕਤ ਹੈ ਗੱਗਾ, ਦੂਸਰੇ ਗੱਗੇ ਨੂੰ ਸਿਹਾਰੀ ਲੱਗੀ ਹੋਈ ਹੈ। ਇਹਦਾ ਅਰਥ ਹੈ ਭੋਗ ਕੇ, ਭੋਗਾਂ ਨੂੰ ਭੋਗ ਕੇ। ਇਹ ਜਿਹੜਾ ਜੀਵ ਹੈ ਨਾ, ਜਦੋਂ ਸੰਸਾਰ ਚ ਆਉਂਦਾ ਹੈ, ਮਹਾਰਾਜ ਕਹਿੰਦੇ ਸੰਸਾਰ ਚ ਆਉਂਦੇ ਇਹਦੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਦੇਖੋ ਕੈਸੀ ਕਮਾਲ ਦੀ ਗੱਲ ਹੈ ਵੀ ਸੰਸਾਰ ਚ ਆਇਆ ਸੀ ਰੱਬ ਨਾਲ ਜੁੜਨ ਵਾਸਤੇ। ਰੱਬ ਨੇ ਇਹਨੂੰ ਸੰਸਾਰ ਚ ਮਨੁੱਖੀ ਜਾਮਾ ਦੇ ਕੇ ਭੇਜਿਆ, ਪਰ ਸੰਸਾਰ ਚ ਆਉਂਦਾ ਹੀ ਰੱਬ ਨਾਲੋਂ ਸੁਰਤ ਤੋੜ ਬੈਠਿਆ। ਲਿਵ ਛੁੜਕ ਗਈ, ਤ੍ਰਿਸ਼ਨਾ ਲੱਗ ਗਈ, ਮੋਹ ਮਾਇਆ ਨਾਲ ਪ੍ਰੀਤ ਪੈ ਗਈ। ਮਾਇਆ ਨੇ ਆਪਣਾ ਇਹਦੇ ਤੇ ਆਪਣਾ ਅਸਰ ਪਾਤਾ, ਅਮਰ ਵਰਤਾਇਆ, ਆਪਣਾ ਰਾਜ ਭਾਗ ਚਲਾਤਾ ਮਾਇਆ ਨੇ। ਹੁਣ ਕਹਿੰਦੇ ਹੁੰਦਾ ਕੀ ਹੈ, ਆਪਿਨੈ ਭੋਗ ਭੋਗ ਕੈ। ਇਸ ਮਨੁੱਖ ਨੇ ਆਪਣੇ ਆਪ, ਆਪਿਨੈ ਦਾ ਅਰਥ ਹੈ ਜੀ ਇਹਨੇ ਆਪ ਹੀ ਮਾਇਆ ਦੇ ਪਦਾਰਥਾਂ ਦੇ ਭੋਗ ਭੋਗੇ, ਭੋਗਾਂ ਨੂੰ ਭੋਗਿਆ, ਪਦਾਰਥਾਂ ਨੂੰ ਭੋਗਿਆ, ਖਾਣ ਪੀਣ ਦੇ, ਪਹਿਨਣ ਦੇ, ਦੇਖਣ ਦੇ, ਚੱਲਣ ਦੇ, ਭੋਗਣ ਦੇ, ਮਾਨਣ ਦੇ, ਸਾਰੇ ਰਸ ਨੇ ਲਏ। ਭਾਵ ਕਿਸੇ ਵੀ ਸੁਰਤ ਪੂਰੀ ਤਰ੍ਹਾਂ ਮਾਇਆ ਵਿੱਚ ਗਲਤਾਨ ਹੋ ਗਈ। ਦੇਖੋ ਅਸੀਂ ਆਏ ਸੀ ਸੰਸਾਰ ਚ ਮਾਇਆ ਚੋਂ ਨਿਕਲਣ ਵਾਸਤੇ, ਭਰਮ ਨੂੰ ਦੂਰ ਕਰਨ ਲਈ, ਅਗਿਆਨ ਨੂੰ ਦੂਰ ਕਰਨ ਲਈ, ਸੱਚ ਨੂੰ ਜਾਣਨ ਲਈ। ਪਰ ਕਹਿੰਦੇ ਇਹਨੇ ਕੈਸੀ ਗਾਫਲਤਾ ਵਿਖਾਈ, ਭੋਗਾਂ ਵਿੱਚ ਖਚਿਤ ਹੋ ਗਿਆ, ਮਸਤ ਹੋ ਗਿਆ ਭੋਗਾਂ ਵਿੱਚ। ਮਹਾਰਾਜ ਨੇ ਕਿਹਾ ਨਾ, ਕਹਿੰਦੇ ਆਪਣਾ ਖਸਮ ਵਿਸਾਰ ਕੀ ਰਸ ਭੋਗ, ਤਾਂ ਤੈਨੂੰ ਉੱਠ ਖਲੋਏ ਰੋਗ। ਖਸਮ ਵਿਸਾਰਤਾ, ਭੋਗਾਂ ਚ ਫਸ ਗਿਆ, ਤੇ ਉਹ ਤੋਂ ਬਾਅਦ ਰੋਗਾਂ ਨੇ ਘੇਰ ਲਿਆ ਇਹਨੂੰ। ਭੋਗ ਹੀ ਇੱਕ ਦਿਨ ਰੋਗ ਬਣ ਜਾਂਦਾ ਹੈ। ਜਿਹੜਾ ਅੱਜ ਭੋਗ, ਜਿਹੜੀ ਚੀਜ਼ ਅੱਜ ਸਾਨੂੰ ਚੰਗੀ ਲੱਗਦੀ ਹੈ ਨਾ, ਮਿੱਠੀ ਲੱਗਦੀ ਹੈ, ਵਧੀਆ ਲੱਗਦੀ ਹੈ, ਆਉਣ ਵਾਲੇ ਸਮੇਂ 'ਚ ਉਹੀ ਸਾਡਾ ਰੋਗ ਬਣ ਜਾਂਦੀ ਹੈ। ਭੋਗੰ ਤਾਂ ਰੋਗੰ ਬਾਣੀ 'ਚ ਸ਼ਬਦ ਆਉਂਦਾ ਹੈ। ਭੋਗਾਂ ਨੇ ਹੀ ਰੋਗ ਪੈਦਾ ਕਰਨੇ ਨੇ। ਇੱਕ ਹੁੰਦਾ ਜੋਗੀ, ਇੱਕ ਹੁੰਦਾ ਭੋਗੀ, ਤੇ ਇੱਕ ਹੁੰਦਾ ਰੋਗੀ। ਜੋਗੀ ਕਿਸੇ ਵੀ ਪਦਾਰਥ ਨਾਲ ਜੁੜਦਾ ਹੈ ਸਿਰਫ ਆਪਣੇ ਤਨ ਨੂੰ ਚਲਾਉਣ ਵਾਸਤੇ, ਕਿਉਂਕਿ ਉਹਨੇ ਆਪਣੇ ਤਨ ਤੋਂ ਰੱਬ ਨਾਲ ਜੁੜਨ ਦਾ ਪ੍ਰਮੁੱਖ ਵੱਡਾ ਕਰਮ ਕਰਨਾ ਹੈ, ਕੰਮ ਲੈਣਾ, ਇਸ ਤੋਂ ਸੱਚ ਤੱਕ ਪਹੁੰਚਣਾ ਹੈ। ਉਹ ਸਿਰਫ ਉਤਨਾ ਕੁ ਸਕਦਾ ਹੈ। ਭੋਗੀ ਹੁੰਦਾ ਵੀ ਉਹ ਲਗਾਤਾਰ ਖਾਈ ਜਾਂਦਾ ਹੈ, ਪਦਾਰਥਾਂ 'ਚ ਖਚਤ ਰਹਿੰਦਾ ਹੈ, ਮੋਹ ਮਾਇਆ 'ਚ ਖਚਤ ਰਹਿੰਦਾ ਹੈ। ਤੇ ਪਦਾਰਥਾਂ ਨਾਲ ਜੁੜਨ ਵਾਲਾ ਭੋਗੀ ਹੀ ਇੱਕ ਦਿਨ ਰੋਗੀ ਬਣ ਜਾਂਦਾ ਹੈ। ਮਹਾਰਾਜ ਨੇ ਤਾਂ ਹੀ ਕਿਹਾ ਨਾ, ਕਹਿੰਦੇ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਦੇ ਜਿਤਨੇ ਭੋਗ ਨੇ, ਪਦਾਰਥ ਨੇ, ਰਸ ਨੇ, ਰੰਗ ਨੇ, ਇੱਕ ਖਿਨ ਵਿੱਚ ਕੌੜੇ ਹੋ ਜਾਂਦੇ ਨੇ। ਪ੍ਰਾਪਤੀ ਕੁਝ ਵੀ ਨਹੀਂ ਹੈ, ਲੱਭਦਾ ਕੁਝ ਵੀ ਨਹੀਂ ਹੈ ਇਹਨਾਂ ਚੋਂ। ਜਦੋਂ ਅਸੀਂ ਸੁਰਤ ਕਰਕੇ ਕਿਸੇ ਪਦਾਰਥ ਨਾਲ, ਮਾਇਆ ਦੇ ਰਸ ਨਾਲ ਜੁੜਦੇ ਹਾਂ, ਉਦੋਂ ਤੇ ਵਧੀਆ ਲੱਗਦੀ ਹੈ, ਪਰ ਉਸ ਤੋਂ ਤੁਰੰਤ ਬਾਅਦ ਉਹਦਾ ਟੇਸਟ ਖਤਮ ਹੋ ਜਾਂਦਾ ਹੈ। ਬੰਦਾ ਕਹਿੰਦਾ ਵੀ ਨਹੀਂ, ਹੁਣ ਕੋਈ ਨਵੀਂ ਚੀਜ਼ ਲਿਆਓ, ਨਵਾਂ ਵਸਤਰ ਦਿਓ, ਨਵੀਂ ਗੱਡੀ ਦਿਓ, ਨਵਾਂ ਘਰ ਦਿਓ, ਨਵੀਂ ਜਗ੍ਹਾ ਤੇ ਚੱਲੋ। ਮਾਇਆ ਦਾ ਹਰ ਵੇਲੇ ਰੂਪ ਬਦਲਦਾ ਹੈ, ਇਸ ਕਰਕੇ ਇਹਦੇ ਵਿੱਚ ਤ੍ਰਿਪਤੀ ਨਹੀਂ ਹੁੰਦੀ। ਤਾਂ ਹੀ ਕਿਹਾ ਸੀ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਾਰੀ ਧਰਤੀ ਦਾ ਪਦਾਰਥਾਂ ਦਾ ਭਾਰ ਵੀ ਇਹਨੂੰ ਬੰਨ ਕੇ ਦੇ ਦਿਓ, ਬੰਦਾ ਨਹੀਂ ਰੱਜ ਸਕਦਾ। ਇੱਕ ਖਿੰਨ ਦੇ ਵਿੱਚ ਹਰ ਮਾਇਆ ਦਾ ਪਦਾਰਥ ਕੌੜਾ ਹੋ ਜਾਂਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ ਸੀ ਸਾਨੂੰ ਸੁਰਤ ਇਸ ਵਿੱਚੋਂ ਕੱਢਣੀ ਪਏਗੀ। ਅਨਿਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ, ਖੱਪ ਖੱਪ ਮਰੈ। ਕੋਈ ਭਸਮੜ ਭੌਰ ਸਦਾਇਆ, ਭਸਮ ਹੋ ਗਿਆ, ਭੋਗਾਂ ਨੂੰ ਭੋਗਦਾ ਹੋਇਆ ਭਸਮ ਹੋ ਗਿਆ। ਪੱਬਾ ਭੋਗ, ਪੱਬਾ ਭਸਮ, ਤੇ ਪੱਬਾ ਸੀ ਭਗਤ। ਇਹ ਪੱਬਾ ਭਗਤ ਬਣਨ ਆਇਆ ਸੀ, ਪਰ ਭਸਮ ਬਣ ਕੇ ਚਲਾ ਗਿਆ, ਮਿੱਟੀ ਹੋ ਗਿਆ, ਖੁਆਰ ਹੋ ਗਿਆ, ਖਤਮ ਹੋ ਗਿਆ। ਦਸਮ ਪਾਤਸ਼ਾਹ ਨੇ ਵੇਖਿਆ, ਦਾਰਾ ਸੇ ਦਿੱਲੀਸਰ ਦਰਜੋਦਨ ਸੇ ਮਾਨ ਧਾਰੀ, ਭੋਗ ਭੋਗ ਭੂਮੀ ਅੰਤ ਭੂਮੀ ਮੈਂ ਮਿਲਤ ਹੈ। ਜ਼ਮੀਨਾਂ ਜਾਇਦਾਦਾਂ ਦੇ ਚੱਕਰਾਂ 'ਚ ਫਸੇ ਹੋਏ ਰਾਜ ਭਾਗ ਦੇ ਵੱਡੇ ਵੱਡੇ ਰਾਜੇ, ਰਾਜ ਭਾਗ ਮੰਨਣ ਵਾਲੇ, ਜ਼ਮੀਨਾਂ ਦਾ ਰਾਜ ਦਾ ਹੰਕਾਰ ਕਰਨ ਵਾਲੇ,
ਕਹਿੰਦੇ ਇਸ ਰਾਜ ਭਾਗ ਦੇ ਜ਼ਮੀਨਾਂ ਦੇ ਭੋਗਾਂ ਦੇ ਵਿੱਚ ਹੀ ਖਤਮ ਹੋ ਗਏ, ਭੂਮ 'ਚ ਉਸ ਮਿੱਟੀ 'ਚ ਮਿਲ ਗਏ। ਭਾਵ ਜ਼ਿੰਦਗੀ ਦੀ ਬਾਜੀ ਹਾਰ ਗਏ, ਮਨੋਰਥ ਤੱਕ ਨਹੀਂ ਪਹੁੰਚੇ, ਗੋਬਿੰਦ ਮਿਲਣ ਕੀਏ ਤੇਰੀ ਬਰੀਆ ਤੱਕ ਨਹੀਂ ਪਹੁੰਚੇ। ਮਾਇਆ ਨੇ ਇਤਨਾ ਵੱਡਾ ਪ੍ਰਭਾਵ ਪਾ ਲਿਆ, ਕੋਈ ਪਸਮੜ ਭੌਰ ਛਦਾਇਆ, ਭੌਰ ਨਿਕਲ ਗਿਆ ਵਿੱਚੋਂ, ਜੀਵ ਆਤਮਾ ਨਿਕਲ ਗਈ, ਇਹ ਭਸਮ ਹੋ ਕੇ ਮਿੱਟੀ 'ਚ ਖਤਮ ਹੋ ਗਿਆ, ਫਨਾ ਹੋ ਗਿਆ। ਭਾਵ ਆਪਣੇ ਜੀਵਨ ਦੀ ਬਾਜੀ ਹਾਰ ਗਿਆ, ਬਾਜੀ ਨਹੀਂ ਜਿੱਤ ਪਾਇਆ। ਇਸ ਕਰਕੇ ਅਸੀਂ ਪਦਾਰਥਾਂ ਦੇ ਭੋਗ ਭੋਗਣ ਤੋਂ ਵੀ ਜ਼ਿਆਦਾ ਅਸੀਂ ਪਦਾਰਥਾਂ ਰਾਹੀਂ ਉਸ ਮਾਲਕ ਤੱਕ ਪਹੁੰਚਣਾ ਹੈ। ਅਸੀਂ ਭੋਗੀ ਨਹੀਂ ਬਣਨਾ, ਅਸੀਂ ਰੋਗੀ ਨਹੀਂ ਬਣਨਾ, ਅਸੀਂ ਜੋਗੀ ਬਣਨਾ ਹੈ। ਧਿਆਨ ਵਿੱਚ ਰੱਖਿਓ, ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ। ਇਸ ਜੀਵ ਨੇ ਆਪਣੀ ਅਕਲ ਮਤ ਨਾਲ, ਅਪੀਨਾ ਦਾ ਅਰਥ ਨੇ ਆਪ ਹੀ ਆਪਣੀ ਅਕਲ ਮਤ ਨੂੰ ਵਰਤ ਕੇ, ਆਪਣੀ ਸਿਆਣਪ ਨੂੰ ਵਰਤ ਕੇ, ਆਪਣੇ ਆਪ ਨੂੰ ਬੜਾ ਸਿਆਣਾ ਮੰਨ ਕੇ ਭੋਗਾਂ ਦੇ ਵਿੱਚ ਇਤਨਾ ਖਚਤ ਹੋ ਗਿਆ, ਮਾਇਆ ਵਿੱਚ ਇਤਨਾ ਗਲਤਾਨ ਹੋ ਗਿਆ, ਭੋਗ ਭੋਗ ਕੇ ਹੋਏ ਭਸਮ ਹੋ ਗਿਆ, ਸਵਾਹ ਹੋ ਗਿਆ, ਮਿੱਟੀ ਹੋ ਗਿਆ, ਭੌਰ ਛਦਾਇਆ, ਜੀਵ ਆਤਮਾ ਵਿੱਚੋਂ ਨਿਕਲ ਗਈ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਵੱਡਾ ਹੋਆ ਦਾ ਅਰਥ ਟੀਕਾਕਾਰਾਂ ਨੇ ਕੀਤਾ ਗਿਆ ਮਰ ਗਿਆ। ਪੁਰਾਣੇ ਸਮੇਂ 'ਚ ਇਹ ਗੱਲ ਕਹੀ ਜਾਂਦੀ ਸੀ, ਕਿਸੇ ਮਰੇ ਹੋਏ ਪ੍ਰਾਣੀ ਬਾਬਤ ਤੇ ਸ਼ਬਦ ਕਹਿੰਦੇ ਉਹ ਤਾਂ ਜੀ ਵੱਡਾ ਹੋ ਗਿਆ, ਭਾਵ ਚਲਿਆ ਗਿਆ, ਅੱਗੇ ਸੰਸਾਰ ਛੱਡ ਗਿਆ, ਸਰੀਰ ਤੇ ਆ ਗਿਆ, ਉਹਨੂੰ ਵੱਡਾ ਹੋਆ ਕਹਿ ਦਿੰਦੇ ਸਨ। ਮਹਾਰਾਜ ਕਹਿੰਦੇ ਜਦੋਂ ਇਹ ਜੀਵ ਵੱਡਾ ਹੋਇਆ ਨਾ, ਭਾਵ ਮਰ ਗਿਆ, ਦੁਨੀਦਾਰ ਜਿਹੜਾ ਬੜਾ ਵੱਡਾ ਕਿਸੇ ਸਮੇਂ ਦੁਨੀਆਦਾਰ ਵੀ ਸੀ, ਦੁਨੀਆਦਾਰੀ 'ਚ ਇਹਦਾ ਵੱਡਾ ਨਾਮ ਸੀ, ਦੁਨੀਆਦਾਰ 'ਚ ਵੱਡਾ ਸੀ, ਮਾਇਆ ਕਰਕੇ ਵੱਡਾ ਸੀ, ਕਿਸੇ ਪਦਵੀ ਰੁਤਬੇ ਕਰਕੇ ਵੱਡਾ ਸੀ, ਦੁਨੀਆ ਸਲਾਮ ਕਰਦੀ ਸੀ। ਅੱਜ ਕੀ ਹੋਇਆ? ਕਹਿੰਦੇ ਗਲ ਸੰਗਲ ਘੱਤ ਚਲਾਇਆ, ਗਲ 'ਚ ਪਾ ਲਿਆ ਸੰਗਲ, ਤੇ ਇਹਨੂੰ ਫੜ ਕੇ ਸੰਗਲ ਪਾ ਕੇ ਇੱਥੋਂ ਲੈ ਕੇ ਤੁਰਦੇ ਬਣੇ ਨੇ ਜਮ। ਹੁਣ ਇਹਦੀ ਕੋਈ ਪੇਸ਼ ਨਹੀਂ ਜਾਂਦੀ, ਹੁਣ ਇਹਦਾ ਹਰੇਕ ਤਰ੍ਹਾਂ ਦਾ ਵਡੱਪਣ ਖਤਮ ਹੋ ਗਿਆ। ਹੁਣ ਇਹਦਾ ਮਾਇਆ ਦਾ ਕੋਈ ਵੀ ਵਡੱਪਣ ਇਹਦਾ ਸਾਥ ਨਹੀਂ ਦੇ ਰਿਹਾ, ਮਾਇਆ ਦੀ ਵਡਿਆਈ ਇਹਦੀ ਕੋਈ ਸਾਥ ਨਹੀਂ ਦੇ ਰਹੀ। ਜਿਹੜਾ ਕਹਿੰਦਾ ਸੀ ਮੈਂ ਦੁਨੀਆ 'ਚ ਬਹੁਤ ਵੱਡਾ, ਅੱਜ ਵੀ ਬੜੇ ਲੋਕਾਂ ਨੂੰ ਹੰਕਾਰ ਹੁੰਦਾ ਨਾ, ਮਾਇਆ ਦਾ, ਰੁਤਬਿਆਂ ਦਾ, ਪਦਵੀਆਂ ਦਾ, ਚੌਧਰਾਂ ਦਾ। ਪਰ ਗੁਰੂ ਸਾਹਿਬ ਕਹਿੰਦੇ ਉਦੋਂ ਤੇਰੀ ਕੀ ਹਾਲਤ ਬਣਨੀ ਹੈ ਜਦੋਂ ਗਲ ਸੰਗਲ ਘੱਤ ਚਲਾਇਆ, ਗਲ 'ਚ ਸੰਗਲ ਪਾ ਕੇ ਖਿੱਚ ਕੇ ਲੈ ਕੇ ਜਾਣਗੇ ਤੈਨੂੰ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆ। ਜਮਾਂ ਨੇ ਫੜ ਕੇ ਲੈ ਜਾਣਾ, ਕਿਉਂਕਿ ਹਰ ਨਹੀਂ ਚੇਤਿਆ, ਸੱਚ ਨੂੰ ਚੇਤੇ ਨਹੀਂ ਰੱਖਿਆ, ਸੱਚ ਭੁੱਲ ਗਿਆ, ਗੁਣ ਭੁੱਲ ਗਿਆ, ਆਪਣਾ ਮੂਲ ਭੁੱਲ ਗਿਆ। ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨਸ ਸੀ, ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਫੇਰ ਤੇਰੀ ਕੀ ਹਾਲਤ ਬਣੇਗੀ? ਗਲ ਸੰਗਲ ਘੱਤ ਚਲਾਇਆ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਛੱਡ ਖੜੋਤੇ ਕਿਨੇ ਮਾਹੇ, ਜਿਨਸਿਓ ਲੱਗਾ ਹੇਤ। ਜਿਨ੍ਹਾਂ ਨਾਲ ਬਹੁਤਾ ਹਿੱਤ ਲਾਉਂਦਾ ਸੀ, ਬਹੁਤਾ ਨੇੜੇ ਸਮਝਦਾ ਸੀ, ਜਿਹੜੀ ਤੇਰੇ ਆਲੇ ਦੁਆਲੇ ਹਜ਼ਾਰਾਂ ਲੱਖਾਂ ਦੀ ਭੀੜ ਸੀ, ਉਹ ਤਾਂ ਇੱਕ ਖਿੰਚ ਛੱਡ ਕੇ ਪਰੇ ਹੋਏਗੀ, ਉਹਨੇ ਤਾਂ ਤੇਰੇ ਨੇੜੇ ਵੀ ਨਹੀਂ ਲੱਗਣਾ। ਭਾਵ ਕੀ ਹੈ ਵੀ ਮਨੁੱਖ ਬੜੇ ਵੱਡੇ ਭਰਮ 'ਚ ਜਿੰਦਾ ਹੈ, ਭਰਮ ਮੰਨਦਾ ਵੀ ਮੈਂ ਪਤਾ ਨਹੀਂ ਕੀ ਬਣ ਗਿਆ, ਕੀ ਪਾ ਲਿਆ, ਇਹਨੂੰ ਇਹ ਭਰਮ ਹੈ ਬਸ, ਤੇ ਭਰਮ ਹੀ ਇਹਦਾ ਨੁਕਸਾਨ ਕਰਦਾ ਹੈ। ਗੁਰੂ ਸਾਹਿਬ ਤਾਂ ਹੀ ਸਾਨੂੰ ਬਾਰ-ਬਾਰ ਆਪਣੇ ਮਨ ਨੂੰ ਭਰਮ 'ਚੋਂ ਕੱਢ ਕੇ ਸੱਚ ਨਾਲ ਜੁੜਨ ਦਾ ਉਪਦੇਸ਼ ਦੇ ਰਹੇ ਨੇ। ਹੁਣ ਅੱਗੇ ਕੀ ਕਹਿੰਦੇ ਨੇ? ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਭਾਈ ਜਦੋਂ ਉਹਨਾਂ ਨੇ ਤੈਨੂੰ ਬਿਠਾ ਕੇ ਤੇਰਾ ਲੇਖਾ ਕਰਨਾ ਨਾ, ਹੁਣ ਜੀਵ ਆਤਮਾ ਦਾ ਲੇਖਾ ਹੋਣਾ, ਸਰੀਰ ਤੇ ਇੱਥੇ ਰਹਿ ਜਾਣਾ। ਜਿਹੜਾ ਮਨ ਹੈ, ਜਿਹੜੀ ਜੀਵ ਆਤਮਾ ਜਦੋਂ ਨਿਕਲ ਕੇ ਅੱਗੇ ਜਾਣੀ ਹੈ, ਇਹਦਾ ਲੇਖਾ ਹੋਣਾ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਲੇਖਾ ਦਾ ਜੀ ਤੋਂ ਲੈਣਾ, ਉਹਨੂੰ ਬਿਠਾ ਕੇ ਪੁੱਛਣਾ। ਫਿਰ ਬਹਿ ਲੇਖਾ ਕਰ ਸਮਝਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਕਹਿੰਦੇ ਅੱਗੇ ਚਾਹੇਗਾ, ਜਦੋਂ ਤੂੰ ਸਰੀਰ ਛੱਡ ਕੇ ਅੱਗੇ ਜਾਏਗਾ ਨਾ, ਤੇਰੀ ਕਰਨੀ ਕੀਰਤੀ ਵਾਚੀ ਜਾਣੀ ਹੈ। ਕਰਨੀ ਕੀਰਤ, ਤੇਰਾ ਕਰਮ ਕੀ ਸੀ ਤੇ ਤੇਰੇ ਕੋਲ ਕੀਰਤੀ ਸਿਫਤ ਸਲਾਹ ਕਿੰਨੀ ਸੀ, ਇਹ ਚੀਜ਼ ਦੀ ਵਿਚਾਰ ਹੋਣੀ ਹੈ। ਉੱਥੇ ਨਹੀਂ ਪੁੱਛਣਾ ਤੂੰ ਪੈਸਾ ਕਿੰਨਾ ਕਮਾ ਲਿਆ, ਧਨ ਕਿੰਨਾ ਜੋੜ ਲਿਆ, ਡਾਲਰ ਪਾਉਂਡ ਰੁਪਈਏ ਕਿੰਨੇ ਇਕੱਠੇ ਕਰ ਲਏ, ਜ਼ਮੀਨ ਕਿੰਨੀ ਬਣਾ ਲਈ, ਕਿਹੜੀ ਪਦਵੀ ਤੇ ਸੀ ਤੂੰ, ਸਰਪੰਚ ਸੀ, ਪੰਚ ਸੀ, ਚੌਧਰੀ ਸੀ, ਨੰਬਰਦਾਰ ਸੀ, ਇੰਸਪੈਕਟਰ ਸੀ, ਆਫੀਸਰ ਸੀ, ਮੁੱਖ ਮੰਤਰੀ ਸੀ, ਪ੍ਰਧਾਨ ਮੰਤਰੀ ਸੀ, ਰਾਸ਼ਟਰਪਤੀ ਸੀ। ਇਹ ਤਾਂ ਪੁੱਛਣਾ ਹੀ ਨਹੀਂ, ਇਹਦੀ ਤਾਂ ਕੋਈ ਵੈਲਿਊ ਨਹੀਂ। ਇਹ ਤਾਂ ਸੰਸਾਰ 'ਚ ਮੰਨਦੇ ਆ, ਉੱਥੇ ਤਾਂ ਕੋਈ ਵੈਲਿਊ ਨਹੀਂ ਇਹਨਾਂ ਚੀਜ਼ਾਂ ਦੀ। ਉੱਥੇ ਸਿਰਫ ਤੂੰ ਇੱਕ ਜੀਵ ਹੈ, ਬਸ ਇੱਕ ਕੀੜਾ, ਹੋਰ ਕੁਝ ਵੀ ਨਹੀਂ ਹੈ।
ਅਸਲ 'ਚ ਆਪਾਂ ਬਾਣੀ ਨੇ ਗੱਲ ਮੰਨਿਆ, ਅਸੀਂ ਅਸਲ 'ਚ ਕੀੜੇ ਆ। ਰੱਬ ਨੂੰ ਵਿਸਾਰ ਕੇ ਅਸੀਂ ਮਾੜੇ ਕੀੜੇ ਬਣ ਜਾਂਦੇ ਆ ਹੋਰ ਜ਼ਿਆਦਾ। ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਧਰੇ, ਉੱਥੇ ਦੋਸ਼ ਧਰਿਆ ਜਾਊਗਾ, ਤੈਨੂੰ ਕੀੜਿਆਂ ਵਿੱਚੋਂ ਵੀ ਮਾੜਾ ਕੀੜਾ ਗਿਣਿਆ ਜਾਊਗਾ। ਤੂੰ ਕਹਿਣਾ ਮੈਂ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਇੰਸਪੈਕਟਰ, ਮੈਂ ਚੌਧਰੀ ਆ, ਮੈਂ ਸਰਪੰਚ ਆ, ਮੈਂ ਪ੍ਰਧਾਨ ਆ। ਇਹ ਚੀਜ਼ਾਂ ਤਾਂ ਉੱਥੇ ਬਚਣੀਆਂ ਹੀ ਨਹੀਂ। ਵਾਚੀ ਜਾਣੀ ਆ ਅੱਗੇ ਕਰਨੀ ਕੀਰਤ। ਕਰਨੀ ਕੀਰਤ ਸਾਡੇ ਕੋਲ ਹੈ ਨਹੀਂ, ਉਸ ਪਾਸੇ ਅਸੀਂ ਤੁਰੇ ਨਹੀਂ। ਗੁਰਦੁਆਰੇ ਤੇ ਅਸੀਂ ਮੱਥਾ ਟੇਕਣ 2 ਮਿੰਟ ਲਈ ਜਾਂਦੇ ਆ, ਗੁਰੂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਕੀਰਤਨ ਕਥਾ ਤੋਂ ਸਾਨੂੰ ਡਰ ਲੱਗਦਾ, ਉਹਦੇ ਅਸੀਂ ਨੇੜੇ ਨਹੀਂ ਲੰਘਦੇ। ਕੋਈ ਬਹੁਤੇ ਤੇ ਸਿਆਣੇ ਨੇ ਜਿਹੜੇ ਵੱਡੇ ਵੱਡੇ ਮਾਇਆਧਾਰੀ ਲੋਕ, ਉਹ ਤੇ ਜਾਂਦੇ ਸਾਲ 'ਚ ਇੱਕ ਅੱਧੀ ਵਾਰ ਨੇ ਧਰਮ ਦੇ ਕੋਲ ਗੁਰੂ ਦੀ ਗੱਲ ਕਰਨ ਸੁਣ। ਉਹਨਾਂ ਨੂੰ ਮਾਇਆ ਦਾ ਹੰਕਾਰ ਇੰਨਾ ਹੁੰਦਾ ਹੈ ਬਹੁਤਿਆਂ ਨੂੰ। ਤਾਂ ਮਹਾਰਾਜ ਕਹਿੰਦੇ ਵਾਚੀ ਜਾਣੀ ਸੀ ਕਰਨੀ ਕੀਰ, ਉਹ ਤੇਰੇ ਪੱਲੇ ਕੋਈ ਨਹੀਂ, ਉਹਦਾ ਲੇਖਾ ਹੋਣਾ, ਉੱਥੇ ਲੇਖੇ 'ਚ ਤੇਰੇ ਨਿਕਲਣਾ ਕੁਛ ਨਹੀਂ। ਤੂੰ ਹੁਣ ਖਾਲੀ ਲੇਖਾ ਕਰੀ ਬੈਠਾ ਹੋਣਾ, ਕਾਲਾ ਕਾਲੇ ਤੇਰੇ ਲੇਖ ਲਿਖੇ ਹੋਏ ਨੇ ਮਾਇਆ ਦੇ, ਸੰਸਾਰ ਦੇ, ਪਦਾਰਥਾਂ ਦੇ, ਵਿਕਾਰਾਂ ਦੇ, ਔਗਣਾਂ ਦੇ, ਐਬਾਂ ਦੇ। ਫੇਰ ਕਹਿੰਦੇ ਫਿਰ ਫਸ ਗਿਆ। ਹੁਣ ਕੀ ਹੋਊਗਾ? ਥਾਉ ਨਾ ਹੋ ਵੀ ਪਾਉਂਦੇ ਹੀ, ਹੁਣ ਸੁਣੀਏ ਕਿਆ ਰੁਆਇਆ। ਪਾਉਂਦੀ ਦਾ ਅਰਥ ਕੀਤਾ ਜੀ ਜੁੱਤੀਆਂ ਪੈਂਦੀਆਂ ਨੇ ਜਦੋਂ। ਫਿਰ ਕਹਿੰਦੇ ਜਦੋਂ ਤੇਰੇ ਜੁੱਤੀਆਂ ਪੈਣਗੀਆਂ ਨਾ, ਹੁਣ ਸੁਣੀਆਂ ਕਿਆ ਰਵਾਇਆ, ਤੇਰਾ ਰੋਣਾ, ਤੇਰੀਆਂ ਕੂਕਾਂ, ਤੇਰੀਆਂ ਚੀਕਾਂ ਕਿਸੇ ਨੇ ਨਹੀਂ ਸੁਣਦੀਆਂ। ਥਾਉ ਨਾ ਹੋਵੇ, ਟਿਕਾਣਾ ਨਹੀਂ ਲੱਭਣਾ ਤੈਨੂੰ ਲੁਕਣ ਦਾ, ਉੱਥੇ ਨਹੀਂ ਸਿਰ ਲੁਕੋ ਸਕਦਾ। ਫਿਰ ਉਹ ਕਹਿੰਦੇ ਆ ਨਾ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ। ਗੁਰੂ ਸਾਹਿਬ ਕਹਿੰਦੇ ਭਲਿਆ ਹੁਣ ਤਾਂ ਤੂੰ ਬੜੀਆਂ ਮੌਜਾਂ ਮਾਣਦਾ ਹੈ, ਬੜੇ ਰੰਗ ਤਮਾਸ਼ੇ ਭੋਗਾਂ 'ਚ ਫਸਿਆ ਹੋਇਆ ਹੈ, ਬੜਾ ਚੰਗਾ ਲੱਗਦਾ ਪਦਾਰਥਾਂ ਦੇ ਭੋਗ, ਮਾਇਆ ਦੇ ਭੋਗ। ਪਰ ਖਿੰਨਵੇਂ ਕੌੜੇ ਹੋਏ ਗਏ, ਇੱਕ ਖਿੰਚ ਸਰੀਰ ਛੱਡਣ ਸਾਰ ਸਭ ਕੁਝ ਕੌੜਾ ਹੋ ਜਾਂਦਾ ਹੈ। ਜ਼ਹਿਰ ਦਾ ਪਤਾ ਲੱਗ ਜਾਂਦਾ ਵੀ ਉਹ ਤੇਰੀ ਤੇ ਜ਼ਹਿਰ ਹੀ ਇਕੱਠੀ ਕਰਦੇ ਰਹੇ। ਥਾਉ ਨਾ ਹੋਵੇ, ਟਿਕਾਣਾ ਨਹੀਂ ਲੱਭਣਾ ਪਾਉਂਦੀ ਜੁੱਤੀਆਂ ਪੈਂਦਿਆਂ ਨੂੰ। ਹੁਣ ਸੁਣੀਆਂ ਕਿਆ ਰਵਾਇਆ, ਤੇਰਾ ਰੋਣਾ ਵੀ ਕਿਸੇ ਨੇ ਸੁਣਦਾ ਨਹੀਂ, ਜਿੰਨੀਆਂ ਮਰਜ਼ੀ ਚੀਕਾਂ ਮਾਰੀ ਜਾਈ, ਕੂਕਾਂ ਮਾਰੀ ਜਾਈ। ਕਿਉਂ? ਉੱਥੇ ਕਿਸੇ ਨੇ ਜਾਣਾ ਹੀ ਨਹੀਂ। ਵੈਦੋ ਨਾ ਵਾਈ, ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਕਹਿੰਦੇ ਹਲੇ ਵੀ ਸੁਧਰ ਜਾ, ਸੁਚੇਤ ਹੋ ਜਾ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੁੱਟੈ ਘਟ ਜਵਾਨੀ। ਚੇਤ ਚੇਤੇ ਰੱਖ ਉਹਨੂੰ, ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਘਣਾ। ਜ਼ਿੰਦਗੀ 'ਚ ਆਨੰਦ ਭਰੀਏ, ਕਰਨੀ ਸਵਾਰੀ ਆਪਣੀ, ਕਰਨੀ ਚੰਗੀ ਹੋਵੇ, ਕੀਰਤੀ ਹੋਵੇ ਸਾਡੇ ਕੋਲ, ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਹੋਵੇ, ਉਹਦੇ ਗੁਣਾਂ ਨੂੰ, ਉਹਦੀ ਬਖਸ਼ਿਸ਼ ਨੂੰ ਪ੍ਰਾਪਤ ਕਰੀਏ। ਤਾਂ ਹੀ ਕਿ ਅਸੀਂ ਨਾ ਕਹਿੰਦੇ ਜੀਓ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਐਸਾ ਜੀਵਨ ਬਣ ਜਾਵੇ ਸਾਡਾ, ਕਿਤੇ ਅੰਦਰੋਂ ਬਾਹਰੋਂ ਅਸੀਂ ਨਿਰਮਲ ਹੋ ਜਾਈਏ ਤੇ ਸਤਿਗੁਰ ਦੀ ਦੱਸੀ ਹੋਈ ਕਾਰ ਨੂੰ ਕਮਾਈਏ, ਇਹ ਸਾਡੀ ਕਰਨੀ ਬਣ ਜਾਏ। ਫਿਰ ਲੇਖਾ ਮਿਟ ਜਾਏਗਾ, ਜੀਵਨ ਸਫਲ ਹੋਏਗਾ, ਲੋਕ ਸੁਖੀਆ ਪਰਲੋਕ ਸੁਹੇਲਾ ਵੀ ਹੋਏਗਾ। ਪਰ ਜੇ ਕੁਛ ਨਾ ਹੋਇਆ, ਫਿਰ ਹੁਣ ਸੁਣੀਆਂ ਕਿਆ ਰਵਾਇਆ, ਫਿਰ ਰੋਣਾ ਕਿਸੇ ਨੇ ਨਹੀਂ ਸੁਣਨਾ। ਭਾਵ ਸਾਡੀ ਦੁੱਖ ਦੇ ਵਿੱਚ ਕੋਈ ਨਾਲ ਨਹੀਂ ਖੜਾ ਹੋਏਗਾ, ਕੋਈ ਸਹਾਇਤਾ ਨਹੀਂ ਹੋਣੀ ਉੱਥੇ, ਸੱਚ ਤੋਂ ਬਿਨਾਂ, ਨਾਮ ਤੋਂ ਬਿਨਾਂ। ਮਨ ਅੰਧੈ ਜਨਮ ਗਵਾਇਆ। ਕਹਿੰਦੇ ਭਾਈ ਹੁੰਦਾ ਕੀ ਹੈ, ਜਿੰਨਾ ਚਿਰ ਇਹ ਜੀਵ ਅੰਨਾ ਹੈ ਨਾ ਮਨ ਕਰਕੇ, ਜਾਂ ਮਨ ਅੰਧਾ ਹੈ, ਅੰਧੇ ਮਨ ਨੇ, ਅੰਨੇ ਮਨ ਨੇ, ਅਗਿਆਨੀ ਮਨ ਨੇ ਆਪਣਾ ਹੀਰੇ ਜੈਸਾ ਜਨਮ ਕੌਡੀਆਂ ਦੇ ਭਾਵ ਬੇਅਰਥ ਗਵਾ ਲਿਆ, ਜਨਮ ਗਵਾ ਲਿਆ। ਜਨਮ ਹੀਰਾ ਸੀ, ਹੀਰਾ, ਹੀਰੇ ਜੈਸਾ ਜਨਮ ਹੈ। ਸਾਡੀ ਅਗਿਆਨਤਾ ਕਰਕੇ ਕੌਡੀ ਬਦਲਿਆ ਜਾਏ। ਮਨ ਅੰਨਾ ਸੀ, ਮਨ ਨੂੰ ਦਿਸਦਾ ਨਹੀਂ ਸੀ, ਮਨ ਨੂੰ ਸੱਚ ਨਹੀਂ ਸੀ ਦਿਸਦਾ, ਮਨ ਦਾ ਹੰਕਾਰ ਨਹੀਂ ਗਿਆ, ਮਨ ਚੋਂ ਵਿਕਾਰ ਨਹੀਂ ਗਏ, ਮਨ ਅਗਿਆਨ ਨਹੀਂ ਮਿਟਾ ਸਕਿਆ, ਅੰਨਾ ਹੀ ਰਹਿ ਗਿਆ ਤੇ ਅੰਨੇ ਦਾ ਜਨਮ ਗਵਾਇਆ। ਅੰਨਾ ਬੰਦਾ ਜੀਵਨ ਦੀ ਬਾਜੀ ਹਾਰ ਜਾਂਦਾ। ਤਾਂ ਹੀ ਸਾਨੂੰ ਬਾਣੀ ਅੰਨੇ ਮੰਨਦੀ ਹੈ। ਆਪਾਂ ਆਪਣੇ ਆਪ ਨੂੰ ਭਾਵੇਂ ਸਜਾ ਕੇ ਮੰਨਦੇ ਹਾਂ, ਬਾਣੀ ਸਾਨੂੰ ਮੰਨਦੀ ਹੈ ਵੀ ਅਸੀਂ ਅੰਨੇ ਹਾਂ। ਅੰਧੇ ਇਹਨਾਂ ਆਖੀਆਂ ਜਿਨ ਮੁਖ ਲੋਇਣ ਨਾਏ, ਅੰਧੇ ਸਈ ਨਾਨਕਾ ਜੇ ਖਸਮੋਂ ਭੁੱਥੇ ਜਾਹੇ। ਉਹ ਅੰਨਾ ਹੈ ਜਿਹੜਾ ਖਸਮ ਦੇ ਰਾਹ ਤੋਂ ਖੁੰਝ ਗਿਆ, ਖਸਮ ਨੂੰ ਛੱਡ ਗਿਆ, ਖਸਮ ਨੂੰ ਭੁੱਲ ਗਿਆ। ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਅਸੀਂ ਸੱਚ ਨੂੰ ਛੱਡ ਕੇ ਅੰਨੇ ਬਣ ਗਏ ਹਾਂ। ਸੱਚ ਨੂੰ ਨਹੀਂ ਦਿਸਦਾ ਤਾਂ ਅੰਨੇ। ਜਿਹਨੂੰ ਸੱਚ ਦਿਸ ਗਿਆ, ਸੱਚ ਨਾਲ ਜੁੜ ਗਿਆ, ਸੱਚ ਨੂੰ ਪ੍ਰਾਪਤ ਕਰ ਗਿਆ, ਉਹ ਸੁਜਾਖਾ। ਤੋਂ ਅਸੀਂ ਆਪਣਾ ਅੰਧਾਪਨ ਮਿਟਾਣਾ ਹੈ, ਅਗਿਆਨਤਾ ਦੂਰ ਕਰਨੀ ਹੈ, ਹਨੇਰਾ ਦੂਰ ਕਰਨੇ ਆਪਣੇ ਮਨ ਚੋਂ। ਉਹ ਹੁਣੇ ਗੁਰੂ ਦੀ ਮੱਤ ਲੈ ਕੇ
ਗੁਰੂ ਤੋਂ ਗਿਆਨ ਲੈ ਕੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਮਨ ਚ ਪ੍ਰਗਾਸ ਹੋ ਗਿਆ, ਚਾਨਣ ਹੋ ਗਿਆ, ਅੰਨਾਪਣ ਦੂਰ ਹੋ ਗਿਆ, ਇਹ ਜੀਵ ਸੁਜਾਖਾ ਹੋ ਗਿਆ, ਸੱਚ ਦੇ, ਇਹਨੂੰ ਕਹਿ ਲਓ ਰੱਬ ਦੇ ਦਰਸ਼ਨ ਹੋ ਗਏ। ਤੇ ਰੱਬ ਦੇ ਦਰਸ਼ਨ ਦੇ ਹੁੰਦੇ ਦਰਸ਼ਨ ਦੇਖਤ ਦੋਖ ਨਸ਼ੇ, ਦੁੱਖ ਮਿਟ ਗਿਆ ਜਨਮ ਮਰਨ ਦਾ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਤੇ ਜਨਮ ਮਰਨ ਦਾ ਦੁੱਖ ਗਿਆ ਤਾਂ ਜੀਵਨ ਦੀ ਬਾਜ਼ੀ ਜਿੱਤ ਗਿਆ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾਂ। ਸੋ ਗੁਰੂ ਸਾਹਿਬ ਇਸ ਤੀਸਰੀ ਪੌੜੀ ਚ ਸਾਨੂੰ ਸਮਝਾ ਰਹੇ ਨੇ, ਸੁਚੇਤ ਕਰ ਰਹੇ ਨੇ, ਬਲਕਿ ਅਵੇਅਰ ਕਰ ਰਹੇ ਨੇ, ਭਾਈ ਆਪਣੇ ਜਨਮ ਨੂੰ, ਇਸ ਮਨੁੱਖਾ ਜੀਵਨ ਨੂੰ ਪਦਾਰਥਾਂ ਦੇ ਭੋਗਾਂ ਚ ਮਸਤ ਹੋ ਕੇ, ਗਲਤਾਨ ਹੋ ਕੇ ਨਾ ਗਵਾ। ਜ਼ਹਿਰ ਛੱਡ ਦੇ, ਮਾਇਆ ਜ਼ਹਿਰ ਹੈ ਤੇਰੇ ਲਈ, ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ। ਸਾਰਾ ਕੁਛ ਵਿਖਿਆ ਤੇ ਛਾਰ, ਸੁਆਹ ਏ, ਸੁਆਹ ਕਿਸੇ ਕੰਮ ਨਹੀਂ ਆਉਂਦੀ। ਨਾ ਜ਼ਹਿਰ ਚੰਗੀ ਹੁੰਦੀ ਹੈ, ਨਾ ਸੁਆਹ ਚੰਗੀ ਹੁੰਦੀ ਹੈ। ਹਰ ਹਰ ਨਾਮ ਕਮਾਵਨਾ, ਨਾਨਕ ਇਹ ਧਨ ਸਾਰ। ਨਾਮ ਦੀ ਕਮਾਈ ਕਰੋ, ਸੱਚ ਦੀ ਕਮਾਈ ਕਰੋ, ਗੁਣਾਂ ਦੀ ਕਮਾਈ ਕਰੋ, ਗੁਰੂ ਦੀ ਗੱਲ ਨੂੰ ਅਸੀਂ ਸਮਝੀਏ, ਮੰਨੀਏ, ਇਹ ਕਮਾਈ ਕਰਨੀ ਆਪਾਂ। ਇਹ ਧਨ ਹੈ ਸਾਡਾ, ਇਹੀ ਅਸੀਂ ਇਕੱਤਰ ਕਰਨਾ ਹੈ, ਇਹੀ ਧਨ ਕਮਾ ਕੇ ਸਾਡਾ ਜੀਵਨ ਸਫਲ ਹੋਏਗਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ। ਅਸੀਂ ਅਰਦਾਸ ਬੇਨਤੀ ਕਰੀਏ, ਮਹਾਰਾਜ ਅਸੀਂ ਸੰਸਾਰੀ ਜੀਵਾਂ, ਭੁੱਲਣਹਾਰ ਹਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਬਾਰ-ਬਾਰ ਮਨ ਮਾਇਆ ਵਿੱਚ ਗਲਤਾਨ ਹੋ ਕੇ ਸੰਸਾਰ ਨਾਲ, ਪਦਾਰਥਾਂ ਨਾਲ, ਮੋਹ ਮਾਇਆ ਨਾਲ ਜੁੜਦਾ ਹੈ। ਤੁਸੀਂ ਆਪ ਕਿਰਪਾ ਕਰੋ, ਸਾਨੂੰ ਸੱਚ ਦੀ ਸੂਝੀ ਦਿਓ, ਆਪਣੇ ਗੁਰਮਤਿ ਦਾ ਗਿਆਨ ਦਾ ਪ੍ਰਕਾਸ਼ ਸਾਡੇ ਮਨ 'ਚ ਕਰੋ, ਚਾਨਣ ਕਰੋ, ਤਾਂ ਕਿ ਅਸੀਂ ਤੇਰੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ, ਨਾਮਦਾਨ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣ। ਸਭਨਾਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਆਓ ਹੁਣ ਆਪਾਂ ਸਵਾਲ ਜਵਾਬ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।